सारे लोग कहते असीं मनुखी अधिकारां दे राखे हां, पर सच्चाई की है? जो फादर स्टेन स्वामी राजनीतिक कतल जो बीजेपी सरकार ने किया वो मुखी अधिकारां दे राखे सीगे, तां ही उन्हां दा इह हाल होया। 4000 ਦੇ ਕਰੀਬ ਆਦੀਵਾਸੀਆਂ ਦੇ ਪਰਚੇ ਦਰਜ ਹੋਏ। ਕਿਸੇ ਨੂੰ ਮਾਓਇਸਟ ਕਹਿਤਾ ਗਿਆ, ਕਿਸੇ ਨੂੰ ਨਕਸਲਾਈਟ ਕਹਿਤਾ ਗਿਆ। ਇਹ ਤਾਂ ਆਮ ਹੋ ਗਿਆ। ਪੰਜਾਬ 'ਚ ਖਾਲਿਸਤਾਨੀ ਕਹਿ ਦਿੰਦੇ ਆ, ਜਿਸ ਦਾ ਕੋਈ ਦੂਰ ਦੂਰ ਤੇ ਲੈਣਾ ਦੇਣਾ ਵੀ ਨਹੀਂ ਸੀਗਾ। ਉਸ ਪ੍ਰੋਟੈਸਟ ਦੇ ਨਾਲ ਉਹਨਾਂ ਨੂੰ ਜੋੜ ਕੇ UAPA ਲਾਇਆ ਗਿਆ। UAPA ਲਾ ਕੇ 84 ਸਾਲ ਦੇ ਬਜ਼ੁਰਗ ਨੂੰ ਯਾਪਾ ਲਾਇਆ ਗਿਆ, ਟੈਰਰਿਸਟ ਕਿਹਾ ਗਿਆ। ਮਨੁੱਖੀ ਅਧਿਕਾਰਾਂ ਦਾ ਅੰਨੇ ਬੁਰੇ ਤਰੀਕੇ ਨਾਲ ਹਨਨ ਹੋ ਰਿਹਾ। UN ਤੱਕ ਨੂੰ ਕਹਿਣਾ ਪੈ ਗਿਆ ਵੀ ਬਈ ਤੁਸੀਂ 84 ਸਾਲ ਦੇ ਬਜ਼ੁਰਗ ਤੇ ਯਾਪਾ ਲਾ ਰਹੇ ਹੋ, ਉਹਨੂੰ ਟੈਰਰਿਸਟ ਕਹਿ ਰਹੇ ਹੋ। ਫਾਰਮਰ ਪ੍ਰੋਟੈਸਟ ਕੋਈ ਗੱਲ ਕਰਦਾ ਹੈ ਉਹ ਤੇ ਯਾਪਾ ਲਾ ਜਾਂਦਾ, ਖਾਲਿਸਤਾਨੀ ਕਹਿ ਦਿੰਦੇ ਆ ਜਾਂ ਫਿਡੀਸ਼ਨ ਚਾਰਜਿਸ ਲਾ ਦਿੰਦੇ ਆ। ਫਾਰਮਰ ਜੇ ਕਿਤੇ ਮਾੜਾ ਮੋਟਾ ਪ੍ਰੋਟੈਸਟ ਕਰ ਬਾਹਰ 307 ਦੇ ਮੁਕੱਦਮੇ ਦਰਜ ਕਰ ਦਿੰਦੇ ਆ। ਜਿਹੜੇ ਸਾਰੇ ਪੱਤਰਕਾਰ ਸੀਗੇ, ਕਿਹਨੇ ਡਲਾ ਮਾਰਤਿਆ, ਕਿਹਨੇ ਲਾਠੀ ਚਲਾਤੀ, ਕਿਹਨੇ ਕਿਰਪਾਨ ਚਲਾਤੀ। ਪਰ ਲੋਕ ਹੁਣ ਡਰਦੇ ਨਹੀਂ। ਲੋਕਾਂ ਵਾਸਤੇ ਆਮ ਗੱਲ ਹੋ ਗਈ ਹੈ। ਤੁਸੀਂ ਜੇਲ੍ਹਾਂ ਦੇਖੋ, ਪੋਲੀਟੀਕਲ ਪ੍ਰਿਜ਼ਨਰ ਭਰੇ ਹੋਏ ਜੇਲ੍ਹਾਂ 'ਚ। ਜੇ ਅਸੀਂ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਰਕਾਰ ਸਾਨੂੰ ਡੱਕੇਗੀ। आम जीवन ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਲੋਕ, ਉਹਨਾਂ ਤੇ ਲੱਗਣਾ ਚਾਹੀਦਾ ਸੀ। ਉਹ ਹੁਣ ਉਲਟਾ ਜਿਹੜਾ ਲੱਗ ਰਿਹਾ ਉਹ ਵੀ ਲੋਕ ਹੁਣ ਹਲਕੇ 'ਚ ਲੈ ਰਹੇ ਨੇ। ਪਤਾ ਹੁਣ ਤਾਂ ਇਹ ਹੋ ਗਿਆ, ਜੁਡੀਸ਼ੀਅਲ ਨੂੰ ਪਤਾ ਲੱਗ ਗਿਆ। ਹੁਣ ਯਾਪਾ 'ਚ ਪੰਜਾਬ 'ਚ ਕਿੰਨੇ ਯਾਪਾ ਲਾਏ, ਮੁੰਡੇ ਬੇਲ ਤੇ ਬਾਹਰ ਆ ਗਏ। ਕਿਉਂ? ਕਿਉਂਕਿ ਜੁਡੀਸ਼ੀਅਲ ਨੂੰ ਪਤਾ ਲੱਗ ਗਿਆ ਵੀ ਸਰਕਾਰ ਨੇ ਇੱਕ ਹਥਿਆਰ ਵਾਂਗੂ ਵਰਤਣਾ ਸ਼ੁਰੂ ਕਰਤਾ, ਫਿਡੀਸ਼ਨ ਚਾਰਜਿਸ ਤੇ ਯਾਪਾ। ਪਰ ਕਿਸਾਨ ਮੂਵਮੈਂਟ ਨੇ ਸਭ ਨੂੰ ਇਕੱਠੇ ਕਰਿਆ, ਪਾਲਿਸੀ ਮੈਟਰ ਤੇ ਗੱਲ ਕਰਨਾ ਸਿਖਾਇਆ ਲੋਕਾਂ ਨੂੰ। ਅੱਜ 10 ਬੰਦੇ ਕਰਦੇ, ਕੱਲ 100 ਕਰੋਗੇ, ਪਰਸੋਂ 1000 ਕਰੋਗੇ ਤਾਂ ਸਰਕਾਰ ਨੂੰ ਗੋਡਿਆਂ ਪਰ ਆਉਣਾ ਪਏਗਾ। ਤਾਂ ਮਨੁੱਖੀ ਅਧਿਕਾਰਾਂ ਤੇ ਖਾਸ ਗੱਲਬਾਤ ਕਰਾਂਗੇ। ਮੇਰੇ ਨਾਲ ਐਡਵੋਕੇਟ ਵਾਲੀਆ ਨੇ, ਉਹਨਾਂ ਨਾਲ ਆਪਾਂ ਜਾਣਾਂਗੇ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਨੇ ਜੀ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਹਾਂ, ਪਰ ਸੱਚਾਈ ਕੀ ਹੈ? ਦੇਖੋ, ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦਾ ਹਾਲ ਫਾਦਰ ਸਟੇਨ ਸਵਾਮੀ ਜੇ ਹੋਏ ਇੱਕ ਬਹੁਤ ਵੱਡੇ ਹਿਊਮਨ ਰਾਈਟ ਐਕਟਿਵਿਸਟ ਸੀਗੇ ਜੀ। ਆਦੀਵਾਸੀਆਂ ਦੇ, ਗਰੀਬ ਲੋਕਾਂ ਦੇ, ਉਹਨਾਂ ਦੀ ਜ਼ਮੀਨ ਜਾਇਦਾਦ ਤੇ ਉਹਨਾਂ ਦੀ ਫਾਈਨੈਂਸ਼ੀਅਲ ਜੋ ਛੋਟੇ ਛੋਟੇ ਘਰਾਂ 'ਚੋਂ ਨਿਕਲੇ ਹੋਏ ਤੇ ਥੋੜ੍ਹੀ ਥੋੜ੍ਹੀ ਕਮਾਈ ਤੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹੋਏ ਉਹਨਾਂ ਦੇ ਹਕੂਕਾਂ ਦੀ ਲੜਾਈ ਲੜ ਰਹੇ ਜੋ ਫਾਦਰ ਸਟੇਨ ਸਵਾਮੀ, ਜੋ ਉਹਨਾਂ ਦਾ ਅੱਜ ਰਾਜਨੀਤਿਕ ਮਰਡਰ ਮੈਂ ਕਹੂੰਗਾ, ਰਾਜਨੀਤਿਕ ਕਤਲ ਜੋ BJP ਸਰਕਾਰ ਨੇ ਕੀਤਾ, ਉਹ ਮੁਖੀ ਅਧਿਕਾਰਾਂ ਦੇ ਰਾਖੇ ਸੀਗੇ, ਤਾਂ ਹੀ ਉਹਨਾਂ ਦਾ ਇਹ ਹਾਲ ਹੋਇਆ। ਕੀ ਸੀ ਮੁੱਦਾ? ਝਾਰਖੰਡ 'ਚ 2000 ਏਕੜ ਜ਼ਮੀਨ ਜਿਹੜੀ ਅਦਾਨੀ ਪਾਵਰ ਪ੍ਰੋਜੈਕਟ ਵਾਸਤੇ ਅਕਵਾਇਰ ਕੀਤੀ ਗਈ ਸਰਕਾਰ ਵੱਲੋਂ। ਅਕਵਾਇਰ ਕਰਕੇ ਅਦਾਨੀ ਨੂੰ ਦਿੱਤੀ ਗਈ। ਇੱਕ ਨਵਾਂ ਹੀ ਸਿਸਟਮ ਸ਼ੁਰੂ ਕਰ ਲਿਆ ਵੀ ਪ੍ਰਾਈਵੇਟ ਘਰਾਣਿਆਂ ਨੂੰ ਕੋਈ ਔਖਾ ਨਾ ਹੋਣਾ ਪੈ ਜਾਵੇ ਤਾਂ ਸਰਕਾਰ ਅਕਵਾਇਰ ਕਰਨ ਲੱਗ ਗਈ। ਅੱਜ ਕੱਲ੍ਹ ਮੋਦੀ ਸਾਹਿਬ ਨੇ ਨਵਾਂ ਹੀ ਫਾਰਮੂਲਾ ਸ਼ੁਰੂ ਕਰਤਿਆ। ਉਹ ਆਪਣੀ ਜ਼ਮੀਨ ਦੀ ਲੜਾਈ ਲੜ ਰਹੇ ਸੀਗੇ। 4000 ਦੇ ਕਰੀਬ ਆਦੀਵਾਸੀਆਂ ਦੇ ਪਰਚੇ ਦਰਜ ਹੋਏ। ਕਿਸੇ ਨੂੰ ਮਾਓਇਸਟ ਕਹਿਤਾ ਗਿਆ, ਕਿਸੇ ਨੂੰ ਨਕਸਲਾਈਟ ਕਹਿਤਾ ਗਿਆ। ਇਹ ਤਾਂ ਆਮ ਹੋ ਗਿਆ। ਪੰਜਾਬ 'ਚ ਖਾਲਿਸਤਾਨੀ ਕਹਿ ਦਿੰਦੇ ਆ, ਹੋਰ ਤੁਸੀਂ ਚੱਲ ਜਾਓ, ਅਲੱਗ-ਅਲੱਗ ਨਾਮ ਨਾਲ ਬੋਲਦੇ ਆ। ਇਹ ਸਰਕਾਰ ਦਾ ਲੋਕਾਂ ਦਾ ਮੂੰਹ ਬੰਦ ਕਰਨ ਦਾ ਇੱਕ ਤਰੀਕਾ ਹੈ। ਉਹਨਾਂ ਦੀ ਹੱਕਾਂ ਦੀ ਲੜਾਈ ਕਿਉਂ ਲੜ ਰਹੇ ਨੇ? ਕਿਉਂ ਮੋਦੀ ਸਾਹਿਬ ਦੇ ਫੇਵਰਟ ਅਦਾਨੀ ਨੂੰ ਜ਼ਮੀਨ ਨਹੀਂ ਦੇ ਰਹੇ? ਤਾਂ ਉਸ ਕਰਕੇ ਇੱਕ ਜਿਹੜਾ ਜਿਸ 'ਚ ਉਹਦਾ ਕੋਈ ਦੂਰ ਦੂਰ ਤੇ ਲੈਣਾ ਦੇਣਾ ਵੀ ਨਹੀਂ ਸੀਗਾ, ਉਸ ਪ੍ਰੋਟੈਸਟ ਦੇ ਨਾਲ ਉਹਨਾਂ ਨੂੰ ਜੋੜ ਕੇ UAPA ਲਾਇਆ ਗਿਆ। UAPA ਲਾ ਕੇ 84 ਸਾਲ ਦੇ ਬਜ਼ੁਰਗ ਨੂੰ ਯਾਪਾ ਲਾਇਆ ਗਿਆ, ਟੈਰਰਿਸਟ ਕਿਹਾ ਗਿਆ, CPI ਮਾਓਇਸਟ ਕਿਹਾ ਗਿਆ। ਇੰਟਰਨੈਸ਼ਨਲ ਕਮਿਊਨਿਟੀ ਤੱਕ ਹਿੱਲ ਗਈ ਕਿ ਦੇਸ਼ 'ਚ ਮਨੁੱਖੀ ਅਧਿਕਾਰਾਂ ਦਾ ਅੰਨੇ ਬੁਰੇ ਤਰੀਕੇ ਨਾਲ ਹਨਨ ਹੋ ਰਿਹਾ। UN ਤੱਕ ਨੂੰ ਕਹਿਣਾ ਪੈ ਗਿਆ ਵੀ ਬਈ ਤੁਸੀਂ 84 ਸਾਲ ਦੇ ਬਜ਼ੁਰਗ ਤੇ ਯਾਪਾ ਲਾ ਰਹੇ ਹੋ, ਉਹਨੂੰ ਟੈਰਰਿਸਟ ਕਹਿ ਰਹੇ ਹੋ। ਇਹੋ ਜਿਹੇ ਨੇ ਕੀ ਕਰਤਿਆ? ਉਹ ਤੋਂ ਬਾਅਦ ਜਦੋਂ ਉਹ ਬਾਰ-ਬਾਰ ਜ਼ਮਾਨਤ ਲਈ ਅਰਜੀ ਪਾਉਂਦੇ ਕਿ ਮੈਂ ਬਿਮਾਰ ਹਾਂ, ਮੈਡੀਕਲੀ ਫਿੱਟ ਨਹੀਂ ਹੈ, ਤਾਂ ਉਹ ਸਰਕਾਰ ਆ ਕੇ ਉਹਨਾਂ ਦੇ ਖਿਲਾਫ ਖੜੀ ਹੋ ਜਾਂਦੀ ਹੈ। ਕਹਿੰਦੇ ਨਹੀਂ ਜੀ, ਇਹ ਝੂਠ ਬੋਲਦਾ। ਕੱਲ੍ਹ ਉਹਨਾਂ ਦਾ ਰਾਜਨੀਤਿਕ ਕਤਲ ਸਰਕਾਰ ਨੇ ਕਰਤਿਆ। ਸੋ ਇਹ ਬਾਰ-ਬਾਰ ਹੁੰਦਾ ਰਿਹਾ ਹੈ। ਚਾਹੇ UP ਲੈ ਲਓ, CA ਦੇ ਖਿਲਾਫ ਕੋਈ ਬੋਲਦਾ, ਫਿਡੀਸ਼ਨ ਚਾਰਜਿਸ ਲੱਗ ਜਾਂਦੇ ਆ। ਫਾਰਮਰ ਪ੍ਰੋਟੈਸਟ ਕੋਈ ਗੱਲ ਕਰਦਾ ਹੈ ਉਹ ਤੇ ਯਾਪਾ ਲਾ ਜਾਂਦਾ, ਖਾਲਿਸਤਾਨੀ ਕਹਿ ਦਿੰਦੇ ਆ ਜਾਂ ਫਿਡੀਸ਼ਨ ਚਾਰਜਿਸ ਲਾ ਦਿੰਦੇ ਆ। ਫਾਰਮਰ ਜੇ ਕਿਤੇ ਮਾੜਾ ਮੋਟਾ ਪ੍ਰੋਟੈਸਟ ਕਰ ਬਾਹਰ 307 ਦੇ ਮੁਕੱਦਮੇ ਦਰਜ ਕਰ ਦਿੰਦੇ ਆ। ਆ ਚੰਡੀਗੜ੍ਹ ਪ੍ਰੋਟੈਸਟ ਹੋਇਆ ਸੀਗਾ, ਦੰਗਿਆਂ ਦੀ ਧਾਰਾਵਾਂ ਲਾਤੀਆਂ, ਰਾਈਟਿੰਗ ਦੀ ਗੱਲ ਕਹਿਤੀ। ਦੱਸੋ ਕਿਹੜੀ ਰਾਈਟਿੰਗ ਹੋਈ ਉਰੇ? ਤੁਸੀਂ ਵੀ ਸਾਰੇ ਪੱਤਰਕਾਰ ਸੀਗੇ। ਕਿਹਨੇ ਡਲਾ ਮਾਰਤਿਆ, ਕਿਹਨੇ ਲਾਠੀ ਚਲਾਤੀ, ਕਿਹਨੇ ਕਿਰਪਾਨ ਚਲਾਤੀ। ਇੱਥੇ ਰਾਈਟਿੰਗ ਦੀ ਧਾਰਾਵਾਂ ਲੱਗ ਗਈਆਂ। ਇਹ
ਹਿਊਮਨ ਰਾਈਟ ਦੀ ਵਾਇਲੇਸ਼ਨ ਹੈ, ਇਹ ਸਭ ਦਾ ਮੂੰਹ ਬੰਦ ਕਰਨ ਦਾ ਤਰੀਕਾ ਹੈ। ਸਰਕਾਰ ਸੋਚਦੀ ਹੈ ਵੀ ਅਸੀਂ ਜੋ ਹੁਣ ਜਮਹੂਰੀਅਤ ਦੀ ਲੜਾਈ ਲੜਨ ਵਾਲੇ ਲੋਕ ਜਾਗ ਉੱਠੇ ਨੇ, ਜਾਗਰੂਕ ਹੋ ਚੁੱਕੇ, ਸਰਕਾਰ ਦੇ ਖਿਲਾਫ ਜਾਗਰੂਕ ਹੋ ਚੁੱਕੇ, ਸਿਸਟਮ ਦੇ ਖਿਲਾਫ ਜਾਗਰੂਕ ਹੋ ਚੁੱਕੇ ਨੇ। ਆਪਣੇ ਮਨੁੱਖੀ ਅਧਿਕਾਰਾਂ ਦੀ, ਦੇਸ਼ ਦੀ ਡੈਮੋਕ੍ਰੇਸੀ ਦੀ ਰੱਖਿਆ ਵਾਸਤੇ ਲੋਕ ਖੜੇ ਹੋ ਚੁੱਕੇ ਨੇ। ਤਾਂ ਹੁਣ ਲੋਕ ਆ ਪਰਚੀਆਂ ਪੁਰਚੀਆਂ ਤੇ ਯੂਪੇ ਜਾਂ ਫੈਡੀਸ਼ਨ ਚਾਰਜਾਂ ਤੋਂ ਨਹੀਂ ਡਰਦੇ। ਇਹ ਤਾਂ 751 ਵਾਂਗੂ ਬਣਾਤੇ ਇਹਨਾਂ ਨੇ ਫੈਡੀਸ਼ਨ ਚਾਰਜ ਦੀ ਯੂਪਾ ਜਿਹੜੇ ਨੇ, ਪਰ ਲੋਕ ਹੁਣ ਡਰਦੇ ਨੇ, ਲੋਕ ਯੂਜ਼ ਟੂ ਹੋ ਚੁੱਕੇ ਆ। ਪਹਿਲਾਂ ਕਦੀ ਜਾ ਕੇ ਕਿਸੇ ਇੱਕ ਅੱਧੇ ਦੇ ਜੋ ਐਕਚੁਅਲ 'ਚ ਹੁੰਦਾ ਸੀਗਾ ਟੈਰਰਿਸਟ, ਉਹ ਤਾਂ ਯੂਪਾ ਲੱਗਦਾ ਸੀਗਾ। ਕੋਈ ਐਕਚੁਅਲ 'ਚ ਕੋਈ ਐਸੀ ਐਂਟੀ ਨੈਸ਼ਨਲ ਐਂਟੀ ਇੰਡੀਅਨ ਮੂਵਮੈਂਟ ਚਲਾਉਂਦਾ ਸੀਗਾ, ਉਹ ਤੇ ਫੈਡੀਸ਼ਨ ਚਾਰਜਿਸ ਲੱਗਦੇ ਸੀਗੇ। ਹੁਣ ਲੋਕਾਂ ਦਾ ਮੂੰਹ ਬੰਦ ਕਰਨ ਲਈ ਕਹਿੰਦੇ ਹੋ ਕਿ ਤੁਹਾਡਾ ਕਹਿਣਾ ਇਹ ਹੈ ਕਿ ਜਿਹੜੇ ਲੋਕ ਆਵਾਜ਼ ਉਠਾ ਰਹੇ ਨੇ ਸਰਕਾਰ ਦੇ ਸਿਸਟਮ ਦੇ ਖਿਲਾਫ, ਉਹਨਾਂ ਦਾ ਮੂੰਹ ਬੰਦ ਕਰਨਾ ਤਾਂ ਤੁਸੀਂ UAP ਲਾ ਦਿਓ। ਹੋਰ ਕੀ ਹੈ ਇਹ? ਪਰ ਲੋਕ ਹੁਣ ਡਰਦੇ ਨਹੀਂ, ਲੋਕਾਂ ਵਾਸਤੇ ਆਮ ਗੱਲ ਹੋ ਗਈ ਹੈ। ਤੁਸੀਂ ਜੇਲ੍ਹਾਂ ਦੇਖੋ, ਪੋਲੀਟੀਕਲ ਪ੍ਰਿਜ਼ਨਰ ਭਰੇ ਹੋਏ ਜੇਲ੍ਹਾਂ 'ਚ, ਉਹ ਬੈਠੇ ਆ, ਨਹੀਂ ਡਰਦੇ। ਅੱਜ ਜੋ ਫਾਰਮ 307 ਦੇ ਮੁਕੱਦਮੇ ਦਰਜ ਹੋਏ, ਮੁੰਡੇ ਗਏ ਸੀਗੇ, ਉਹਨਾਂ ਦੀ ਕਟਾਈ ਤੱਕ ਵੀ ਥਾਣਿਆਂ 'ਚ ਹੋਈ, ਬਾਹਰ ਆ ਕੇ ਫੇਰ ਪ੍ਰੋਟੈਸਟ 'ਚ ਬੈਠੇ ਆ। ਉਹ ਕਿੱਥੇ ਡਰੇ ਆ? ਉਹ ਲੋਕਾਂ ਦੇ ਮਤਲਬ ਇੱਕ ਸਿੰਪਲ ਜਿਹੀ ਥਿਊਰੀ ਹੁੰਦੀ ਹੈ, ਇਹਦਾ ਮਤਲਬ ਲੋਕਾਂ ਤੇ ਜਿਹੜੀ ਮਰਜ਼ੀ ਧਾਰਾ ਲੱਗ ਜੇ, ਜਿਹੜਾ ਮਰਜ਼ੀ ਕੇਸ ਸਰਕਾਰ ਦੇ ਵੱਲੋਂ ਪਾ ਦਿੱਤਾ ਜਾਵੇ, ਜਿਨ੍ਹਾਂ ਨੇ ਸਿਸਟਮ ਦੇ ਖਿਲਾਫ ਬੋਲਣਾ, ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਣਾ, ਉਹ ਹਮੇਸ਼ਾ ਜਿਉਂਦੇ ਰਹਿਣਗੇ ਸਿਸਟਮ ਦੇ ਵਿੱਚ। ਮੈਂ ਤਾਂ ਉਹੀ ਕਹਿ ਰਿਹਾ ਕਿ ਹਿਟਲਰ ਸ਼ਾਹੀ ਸਰਕਾਰ ਜਿਹੜੀ ਚੱਲ ਰਹੀ ਹੈ, ਪਰ ਅੰਤ ਹਿਟਲਰ ਦਾ ਵੀ ਆਇਆ ਸੀਗਾ। ਸੋ ਲੋਕ ਹੁਣ ਡਰਦੇ ਨਹੀਂ, ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਜੇ ਅਸੀਂ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਰਕਾਰ ਸਾਨੂੰ ਡੱਕੇਗੀ। ਲੋਕ ਤਿਆਰ ਨੇ। ਕਹਿੰਦੇ ਜੇ ਤੁਸੀਂ ਕਿਸੇ ਨੂੰ ਹੱਦ ਤੋਂ ਜ਼ਿਆਦਾ ਡਰਾ ਦਿਓ ਨਾ ਤਾਂ ਉਹ ਨੀਡਰ ਹੋ ਜਾਂਦਾ ਹੈ, ਤੇ ਲੋਕ ਹੁਣ ਨੀਡਰ ਹੋਣਾ ਸ਼ੁਰੂ ਹੋ ਚੁੱਕੇ ਨੇ। ਲੋਕ ਹੁਣ ਪਹਿਲਾਂ ਸੋਚਦੇ ਯਾਪਾ ਲੱਗ ਜਾਏਗਾ, ਸਾਰੀ ਜ਼ਿੰਦਗੀ ਖਤਮ ਹੋ ਜਾਏਗੀ। ਲੋਕ ਕਹਿੰਦੇ ਕੋਈ ਨਹੀਂ ਯਾਰ, ਫਿਰ ਅੱਜ ਨਹੀਂ ਕੱਲ੍ਹ ਤਾਂ ਲੱਗਣਾ ਹੀ ਹੈ, ਅੱਜ ਲੱਗ ਜੇ। ਜਿਵੇਂ ਹੁਣ ਸਰਕਾਰ ਨੇ ਸਸਤਾ ਹਥਿਆਰ ਬਣਾ ਲਿਆ, ਲੋਕ ਵੀ ਹਲਕੇ 'ਚ ਲੈਣ ਲੱਗ ਗਏ ਵੀ ਚਲੋ ਕੋਈ ਵੱਡੀ ਗੱਲ ਨਹੀਂ ਹੈਗੀ, ਲੱਗ ਗਿਆ ਤਾਂ। ਜਿਵੇਂ ਸਰਕਾਰ ਨੇ ਜਿਹੜਾ ਮਿਆਰ ਡੇਗਿਆ ਇੱਕ ਕਾਨੂੰਨ ਦਾ, ਜਿਹੜਾ ਆਤੰਕਵਾਦੀਆਂ ਲਈ ਸੀ, ਜਿਹੜਾ ਗਲਤ ਜਿਹੜਾ ਹਰਕਤਾਂ ਕਰਦੇ ਸੀ, ਜਾਂ ਜਿਹੜੇ ਸਿਸਟਮ ਦੇ ਜਾਂ ਜਿਹੜੇ ਆਮ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਲੋਕ, ਉਹਨਾਂ 'ਤੇ ਲੱਗਣਾ ਚਾਹੀਦਾ ਸੀ, ਉਹ ਹੁਣ ਉਲਟਾ ਜਿਹੜਾ ਲੱਗ ਰਿਹਾ ਉਹ ਵੀ ਲੋਕ ਹੁਣ ਹਲਕੇ 'ਚ ਲੈ ਰਹੇ ਨੇ। ਪਤਾ ਹੀ ਹੈ ਜਿਹੜਾ ਜਿਨ੍ਹਾਂ 'ਤੇ ਲੱਗਣਾ। ਦੇਖੋ ਮੈਂ ਕਹੂੰਗਾ ਜੁਡੀਸ਼ਰੀ ਵੀ ਥੋੜੀ ਲੀਨੈਂਟ ਹੋ ਗਈ ਇਸ 'ਤੇ। ਨਹੀਂ ਪਹਿਲਾਂ ਜਦੋਂ ਯੂਪਾ ਜਾਂ ਫੈਡੀਸ਼ਨ ਚਾਰਜਿਸ ਲੱਗਦੇ ਸੀ, ਉਹਨੂੰ ਸੀਰੀਅਸਲੀ ਦਿੱਤਾ ਜਾਂਦਾ, ਕਿਸੇ ਤੇ ਲੱਗਦਾ ਸੀਗਾ, ਕਿਸੇ ਲੱਖਾਂ ਤੇ ਇੱਕ ਤੇ ਲੱਗ ਗਿਆ ਤਾਂ ਜੁਡੀਸ਼ਰੀ ਵੀ ਕਹਿੰਦੀ ਸੀ ਯਾਰ ਇਹਨੂੰ ਜ਼ਮਾਨਤ ਨਾ ਦਿਓ, ਇਹਨੂੰ ਪਿਆ ਰਹਿਣ ਦਿਓ ਰਹੀ। ਤੇ ਕਈ ਤਾਂ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਹੈ ਉਹਨਾਂ ਨੇ ਸਜ਼ਾਵਾਂ ਖਤਮ ਹੋ ਗਈਆਂ, ਫਿਰ ਵੀ ਅੰਦਰ ਬੈਠੇ ਆ, ਨਹੀਂ ਸਰਕਾਰ ਛੱਡ ਰਹੀ। ਤਾਂ ਹੁਣ ਤਾਂ ਇਹ ਹੋ ਗਿਆ ਜੁਡੀਸ਼ਰੀ ਨੂੰ ਪਤਾ ਲੱਗ ਗਿਆ। ਹੁਣ ਯੂਪਾ 'ਚ ਪੰਜਾਬ 'ਚ ਕਿੰਨੇ ਯੂਪਾ ਲਾਏ ਕਾਂਗਰਸ ਸਰਕਾਰ ਨੇ, ਮੁੰਡੇ ਬੇਲ ਤੇ ਬਾਹਰ ਆ ਗਏ। ਕਿਉਂ? ਕਿਉਂਕਿ ਜੁਡੀਸ਼ਰੀ ਨੂੰ ਪਤਾ ਲੱਗ ਗਿਆ ਵੀ ਸਰਕਾਰ ਨੇ ਇੱਕ ਹਥਿਆਰ ਵਾਂਗੂ ਵਰਤਣਾ ਸ਼ੁਰੂ ਕਰਤਾ ਫੈਡੀਸ਼ਨ ਚਾਰਜਿਸ ਤੇ ਯੂਪਾ। ਫੈਡੀਸ਼ਨ ਚਾਰਜਿਸ ਕਿੰਨੇ 7 ਤਾਂ ਪੱਤਰਕਾਰਾਂ ਤੇ ਲੱਗੇ ਆ, ਤੁਸੀਂ ਬਚ ਕੇ ਰਹੋ ਭਾਈ। ਫਾਰਮਰ ਪ੍ਰੋਟੈਸਟ ਨੂੰ ਜਿਹੜੇ ਕਵਰ ਕਰਦੇ ਸੀਗੇ, 7 ਜਣਿਆਂ ਤੇ ਫੈਡੀਸ਼ਨ ਚਾਰਜਿਸ ਲੱਗ ਗਏ ਤੇ ਰਿਪੋਰਟਰਾਂ ਦੇ। ਉਹ ਲਹਿਰੀ ਗੱਲ ਹੈ ਕਿ ਕੋਰਟ ਤੋਂ ਜ਼ਮਾਨਤਾਂ ਮਿਲ ਗਿਆ, ਉਹਨਾਂ ਨੇ ਕਹਿ ਤਿਆ 307 ਜੋ ਮੁਕੱਦਮੇ ਉਹ ਵੀ ਦੇਖੋ ਤੁਹਾਡੇ ਸਾਹਮਣੇ। ਉਹ ਤੋਂ ਬਾਅਦ ਦਿਸ਼ਾ ਰਵੀ, ਉਹਨਾਂ ਦਾ ਸਾਫ਼ ਹੀ ਕਹਿਤਾ ਸੀਗਾ ਇਹੋ ਜਿਹੇ ਦਲੇਰ ਸਾਨੂੰ ਬੰਦੇ ਚਾਹੀਦੇ ਨੇ। ਇਹਨਾਂ ਤੋਂ ਸਾਨੂੰ ਇੰਸਪੀਰੇਸ਼ਨ ਸਾਨੂੰ ਯੂਥ ਨੂੰ ਮਿਲਦਾ, ਜਿਹੜੀ ਕੋਰਟ 'ਚ ਖੜ ਕੇ ਕਹਿੰਦੀ ਹੈ ਵੀ ਜੇ ਫਾਰਮਰ ਪ੍ਰੋਟੈਸਟ ਦੇ ਹੱਕ 'ਚ ਬੋਲਣਾ ਮਤਲਬ ਫੈਡੀਸ਼ਨ ਚਾਰਜਿਸ ਜਾਂ ਤਾਂ ਮੈਨੂੰ ਅੰਦਰ ਰੱਖੋ। ਇਹੋ ਜਿਹਾ ਯੂਥ ਨਾਲ, ਇਹੋ ਜਿਹੇ ਲੋਕਾਂ ਤੋਂ ਇੰਸਪੀਰੇਸ਼ਨ ਯੂਥ ਨੂੰ ਲੈਣੀ ਚਾਹੀਦੀ ਹੈ। ਤਾਂ ਹੀ ਸਾਡੇ ਦੇਸ਼ 'ਚ ਜਿਹੜੀ ਨਾਮ ਦੀ ਡੈਮੋਕ੍ਰੇਸੀ ਰਹਿ ਗਈ, ਉਹਨੂੰ ਐਕਚੁਅਲ 'ਚ ਡੈਮੋਕ੍ਰੇਸੀ 'ਚ ਕਾਇਮ ਕਰਨ ਵਾਸਤੇ ਸਾਨੂੰ ਇਹੋ ਜਿਹੇ ਯੂਥ ਦੀ ਲੋੜ ਹੈ, ਇਹੋ ਜਿਹੇ ਲੋਕਾਂ ਦੀ ਲੋੜ ਹੈ ਜਿਹੜੇ ਸੁਭਾਅ ਦੇ ਠੰਡੇ ਰਹਿਣ, ਸ਼ਾਂਤ ਰਹਿਣ, ਦਿਮਾਗ ਨਾਲ ਕੰਮ ਲੈਣ, ਪੋਲਿਸੀਜ਼ 'ਤੇ ਗੱਲ ਕਰਨ। ਜਦੋਂ ਵੀ ਤੁਸੀਂ ਸਰਕਾਰ ਨੂੰ ਪੋਲਿਸੀਜ਼ 'ਤੇ ਸਵਾਲ ਪੁੱਛੋਗੇ, ਸਰਕਾਰ ਤੰਗ ਹੋਏਗੀ, ਸਰਕਾਰ ਪਰੇਸ਼ਾਨ ਹੋਏਗੀ, ਕਿਉਂਕਿ ਸਰਕਾਰ ਤੁਹਾਨੂੰ ਰਿਲੀਜੀਅਸ ਮੈਟਰ 'ਤੇ, ਸਰਕਾਰ ਤੁਹਾਨੂੰ ਧਾਰਮਿਕ ਤੇ ਜਾਤ ਪਾਤ 'ਤੇ ਇਹ ਚੀਜ਼ਾਂ ਨੂੰ ਵੰਡਣਾ ਚਾਹੁੰਦੀ ਹੈ। ਪਰ ਕਿਸਾਨ ਮੂਵਮੈਂਟ ਨੇ ਸਭ ਨੂੰ ਇਕੱਠੇ ਕਰਿਆ, ਪੋਲਿਸੀ ਮੈਟਰ 'ਤੇ ਗੱਲ ਕਰਨਾ ਸਿਖਾਇਆ ਲੋਕਾਂ ਨੂੰ। ਤਾਂ ਪੋਲਿਸੀ ਮੈਟਰ 'ਤੇ ਜਦ ਵੀ ਗੱਲ ਕਰੋਗੇ, ਅੱਜ 10 ਬੰਦੇ ਕਰਦੇ, ਕੱਲ੍ਹ 100 ਕਰੋਗੇ, ਪਰਸੋਂ 1000 ਕਰੋਗੇ, ਤਾਂ ਸਰਕਾਰ ਨੂੰ ਗੋਡਿਆਂ ਪਰ ਆਉਣਾ ਪਏਗਾ। ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਤਾਂ ਜਿਹੜੀਆਂ ਕਿਸਾਨੀ ਸੰਘਰਸ਼ ਦੀਆਂ ਪ੍ਰਾਪਤੀਆਂ ਨੇ ਉਸ ਦੀ ਵੀ ਗੱਲ ਲਗਾਤਾਰ ਹੁੰਦੀ ਰਹੇਗੀ। ਤਾਂ ਐਡਵੋਕੇਟ ਵਾਲੀਆ ਜਿਹੜੇ ਤੁਹਾਡੇ ਨਾਲ ਰੂਬਰੂ ਕੀਤੇ ਅਸੀਂ ਅੱਜ ਇਸ ਮੁਲਾਕਾਤ ਦੇ ਵਿੱਚ, ਫਾਦਰ ਸਟੇਨ ਸਵਾਮੀ ਦੀ ਮੌਤ ਨੂੰ ਲੈ ਕੇ ਆ ਜਿਹੜਾ ਇੱਕ ਜਿਹੜੇ ਸੂਝਵਾਨ ਲੋਕ ਨੇ ਚੰਡੀਗੜ੍ਹ ਮੋਹਾਲੀ ਦੇ, ਉਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀ, ਤਾਂ ਇਹ ਵੀ ਉੱਥੇ ਪਹੁੰਚੇ ਹੋਏ ਸੀ। ਤਾਂ ਲਗਾਤਾਰ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਅਸੀਂ ਲਗਾਤਾਰ ਕਰਵਾਉਂਦੇ ਰਹਾਂਗੇ, ਜਿਹੜੇ ਕਾਨੂੰਨ ਜਾਂ ਕਾਨੂੰਨੀ ਨੁਕਤਿਆਂ ਦੇ ਬਾਰੇ ਤੁਹਾਡੇ ਤੱਕ ਗੱਲਬਾਤ ਰੱਖਣਗੇ। ਧੰਨਵਾਦ ਜੀ।
ਬਹੁਤ ਸਾਰੇ ਲੋਕ ਕਹਿੰਦੇ ਅਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਹਾਂ, ਪਰ ਸੱਚਾਈ ਕੀ ਹੈ? ਜੋ ਫਾਦਰ ਸਟੇਨ ਸਵਾਮੀ ਰਾਜਨੀਤਿਕ ਕਤਲ ਜੋ ਬੀਜੇਪੀ ਸਰਕਾਰ ਨੇ ਕੀਤਾ, ਉਹ ਮੁੱਖੀ ਅਧਿਕਾਰਾਂ ਦੇ ਰਾਖੇ ਸੀਗੇ, ਤਾਂ ਹੀ ਉਹਨਾਂ ਦਾ ਇਹ ਹਾਲ ਹੋਇਆ। 4000 ਦੇ ਕਰੀਬ ਆਦੀਵਾਸੀਆਂ ਦੇ ਪਰਚੇ ਦਰਜ ਹੋਏ, ਕਿਸੇ ਨੂੰ ਮਾਓਇਸਟ ਕਹਿਤਾ ਗਿਆ, ਕਿਸੇ ਨੂੰ ਨਕਸਲਾਈਟ ਕਹਿਤਾ ਗਿਆ। ਇਹ ਤਾਂ ਆਮ ਹੋ ਗਿਆ। ਪੰਜਾਬ 'ਚ ਖਾਲਿਸਤਾਨੀ ਕਹਿ ਦਿੰਦੇ ਆ, ਜਿਸ ਦਾ ਕੋਈ ਦੂਰ ਦੂਰ ਤੇ ਲੈਣਾ ਦੇਣਾ ਵੀ ਨਹੀਂ ਸੀਗਾ। ਉਸ ਪ੍ਰੋਟੈਸਟ ਦੇ ਨਾਲ ਉਹਨਾਂ ਨੂੰ ਜੋੜ ਕੇ UAPA ਲਾਇਆ ਗਿਆ। UAPA ਲਾ ਕੇ 84 ਸਾਲ ਦੇ ਬਜ਼ੁਰਗ ਨੂੰ ਯਾਪਾ ਲਾਇਆ ਗਿਆ, ਟੈਰਰਿਸਟ ਕਿਹਾ ਗਿਆ। ਮਨੁੱਖੀ ਅਧਿਕਾਰਾਂ ਦਾ ਅੰਨੇ ਬੁਰੇ ਤਰੀਕੇ ਨਾਲ ਹਨਨ ਹੋ ਰਿਹਾ। UNO ਤੱਕ ਨੂੰ ਕਹਿਣਾ ਪੈ ਗਿਆ ਵੀ ਬਈ ਤੁਸੀਂ 84 ਸਾਲ ਦੇ ਬਜ਼ੁਰਗ ਤੇ ਯਾਪਾ ਲਾ ਰਹੇ ਹੋ, ਉਹਨੂੰ ਟੈਰਰਿਸਟ ਕਹਿ ਰਹੇ ਹੋ। ਫਾਰਮਰ ਪ੍ਰੋਟੈਸਟ ਕੋਈ ਗੱਲ ਕਰਦਾ ਹੈ, ਉਹਦੇ ਯਾਪਾ ਲਾ ਜਾਂਦਾ, ਖਾਲਿਸਤਾਨੀ ਕਹਿ ਦਿੰਦੇ ਆ, ਜਾਂ ਫੈਡੀਸ਼ਨ ਚਾਰਜਿਸ ਲਾ ਦਿੰਦੇ ਆ। ਫਾਰਮਰ ਜੇ ਕਿਤੇ ਮਾੜਾ ਮੋਟਾ ਪ੍ਰੋਟੈਸਟ ਕਰ ਬਾਹਰ ਇਹ 307 ਦੇ ਮੁਕੱਦਮੇ ਦਰਜ ਕਰ ਦਿੰਦੇ ਆ। ਜਿਹੜੇ ਸਾਰੇ ਪੱਤਰਕਾਰ ਸੀਗੇ, ਕਿਹਨੇ ਡਲਾ ਮਾਰ ਦਿਆ, ਕਿਹਨੇ ਲਾਠੀ ਚਲਾਤੀ, ਕਿਹਨੇ ਕਿਰਪਾਨ ਚਲਾਤੀ। ਪਰ ਲੋਕ ਹੁਣ ਡਰਦੇ ਨਹੀਂ। ਲੋਕਾਂ ਵਾਸਤੇ ਆਮ ਗੱਲ ਹੋ ਗਈ ਹੈ। ਤੁਸੀਂ ਜੇਲ੍ਹਾਂ ਦੇਖੋ, ਪੋਲੀਟੀਕਲ ਪ੍ਰਿਜ਼ਨਰ ਭਰੇ ਹੋਏ ਜੇਲ੍ਹਾਂ 'ਚ। ਜੇ ਅਸੀਂ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਰਕਾਰ ਸਾਨੂੰ ਡੱਕੇਗੀ। ਆਮ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਲੋਕ, ਉਹਨਾਂ ਤੇ ਲੱਗਣਾ ਚਾਹੀਦਾ ਸੀ। ਉਹ ਹੁਣ ਉਲਟਾ ਜਿਹੜਾ ਲੱਗ ਰਿਹਾ, ਉਹ ਵੀ ਲੋਕ ਹੁਣ ਹਲਕੇ 'ਚ ਲੈ ਰਹੇ ਨੇ। ਪਤਾ ਹੁਣ ਤਾਂ ਇਹ ਹੋ ਗਿਆ, ਜੁਡੀਸ਼ੀਅਲ ਨੂੰ ਪਤਾ ਲੱਗ ਗਿਆ। ਹੁਣ ਯਾਪਾ 'ਚ ਪੰਜਾਬ 'ਚ ਕਿੰਨੇ ਯਾਪਾ ਲਾਏ, ਮੁੰਡੇ ਬੇਲ ਤੇ ਬਾਹਰ ਆ ਗਏ। ਕਿਉਂ? ਕਿਉਂਕਿ ਜੁਡੀਸ਼ੀਅਲ ਨੂੰ ਪਤਾ ਲੱਗ ਗਿਆ ਵੀ ਸਰਕਾਰ ਨੇ ਇੱਕ ਹਥਿਆਰ ਵਾਂਗੂ ਵਰਤਣਾ ਸ਼ੁਰੂ ਕਰਤਾ, ਫੈਡੀਸ਼ਨ ਚਾਰਜਿਸ ਤੇ ਯਾਪਾ। ਪਰ ਕਿਸਾਨ ਮੂਵਮੈਂਟ ਨੇ ਸਭ ਨੂੰ ਇਕੱਠੇ ਕਰਿਆ, ਪਾਲਿਸੀ ਮੈਟਰ ਤੇ ਗੱਲ ਕਰਨਾ ਸਿਖਾਇਆ ਲੋਕਾਂ ਨੂੰ। ਅੱਜ 10 ਬੰਦੇ ਕਰਦੇ, ਕੱਲ 100 ਕਰੋਗੇ, ਪਰਸੋਂ 1000 ਕਰੋਗੇ, ਤਾਂ ਸਰਕਾਰ ਨੂੰ ਗੋਡਿਆਂ ਪਰ ਆਉਣਾ ਪਏਗਾ। ਤਾਂ ਮਨੁੱਖੀ ਅਧਿਕਾਰਾਂ ਤੇ ਖਾਸ ਗੱਲਬਾਤ ਕਰਾਂਗੇ। ਮੇਰੇ ਨਾਲ ਐਡਵੋਕੇਟ ਵਾਲੀਆ ਨੇ, ਉਹਨਾਂ ਨਾਲ ਆਪਾਂ ਜਾਣਾਂਗੇ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਨੇ ਜੀ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਹਾਂ, ਪਰ ਸੱਚਾਈ ਕੀ ਹੈ? ਦੇਖੋ, ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦਾ ਹਾਲ ਫਾਦਰ ਸਟੇਨ ਸਵਾਮੀ ਜੇ ਹੋਏ, ਬਹੁਤ ਵੱਡੇ ਹਿਊਮਨ ਰਾਈਟ ਐਕਟਿਵਿਸਟ ਸੀਗੇ ਜੀ। ਆਦੀਵਾਸੀਆਂ ਦੇ, ਗਰੀਬ ਲੋਕਾਂ ਦੇ, ਉਹਨਾਂ ਦੀ ਜ਼ਮੀਨ ਜਾਇਦਾਦ ਤੇ ਉਹਨਾਂ ਦੀ ਫਾਈਨੈਂਸ਼ੀਅਲ ਜੋ ਛੋਟੇ ਘਰਾਂ 'ਚੋਂ ਨਿਕਲੇ ਹੋਏ ਤੇ ਥੋੜੀ ਕਮਾਈ ਤੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹੋਏ, ਉਹਨਾਂ ਦੇ ਹਕੂਕਾਂ ਦੀ ਲੜਾਈ ਲੜ ਰਹੇ ਜੋ ਫਾਦਰ ਸਟੇਨ ਸਵਾਮੀ, ਜੋ ਉਹਨਾਂ ਦਾ ਅੱਜ ਰਾਜਨੀਤਿਕ ਮਰਡਰ, ਮੈਂ ਕਹੂੰਗਾ ਰਾਜਨੀਤਿਕ ਕਤਲ ਜੋ ਬੀਜੇਪੀ ਸਰਕਾਰ ਨੇ ਕੀਤਾ, ਉਹ ਮੁੱਖੀ ਅਧਿਕਾਰਾਂ ਦੇ ਰਾਖੇ ਸੀਗੇ, ਤਾਂ ਹੀ ਉਹਨਾਂ ਦਾ ਇਹ ਹਾਲ ਹੋਇਆ। ਕੀ ਸੀ ਮੁੱਦਾ? ਝਾਰਖੰਡ 'ਚ 2000 ਏਕੜ ਜ਼ਮੀਨ ਜਿਹੜੀ ਅਦਾਨੀ ਪਾਵਰ ਪ੍ਰੋਜੈਕਟ ਵਾਸਤੇ ਅਕਵਾਇਰ ਕੀਤੀ ਗਈ ਸਰਕਾਰ ਵੱਲੋਂ। ਅਕਵਾਇਰ ਕਰਕੇ ਅਦਾਨੀ ਨੂੰ ਦਿੱਤੀ ਗਈ। ਇੱਕ ਨਵਾਂ ਹੀ ਸਿਸਟਮ ਸ਼ੁਰੂ ਕਰ ਲਿਆ ਵੀ ਪ੍ਰਾਈਵੇਟ ਘਰਾਣਿਆਂ ਨੂੰ ਕੋਈ ਔਖਾ ਨਾ ਹੋਣਾ ਪੈ ਜਾਵੇ, ਤਾਂ ਸਰਕਾਰ ਅਕਵਾਇਰ ਕਰਨ ਲੱਗ ਗਈ। ਅੱਜ ਕੱਲ੍ਹ ਮੋਦੀ ਸਾਹਿਬ ਨੇ ਨਵਾਂ ਹੀ ਫਾਰਮੂਲਾ ਸ਼ੁਰੂ ਕਰਤਿਆ। ਉਹ ਆਪਣੀ ਜ਼ਮੀਨ ਦੀ ਲੜਾਈ ਲੜ ਰਹੇ ਸੀਗੇ। 4000 ਦੇ ਕਰੀਬ ਆਦੀਵਾਸੀਆਂ ਦੇ ਪਰਚੇ ਦਰਜ ਹੋਏ, ਕਿਸੇ ਨੂੰ ਮਾਓਇਸਟ ਕਹਿਤਾ ਗਿਆ, ਕਿਸੇ ਨੂੰ ਨਕਸਲਾਈਟ ਕਹਿਤਾ ਗਿਆ। ਇਹ ਤਾਂ ਆਮ ਹੋ ਗਿਆ। ਪੰਜਾਬ 'ਚ ਖਾਲਿਸਤਾਨੀ ਕਹਿ ਦਿੰਦੇ ਆ, ਹੋਰ ਤੁਸੀਂ ਚੱਲ ਜਾਓ, ਅਲੱਗ-ਅਲੱਗ ਨਾਮ ਨਾਲ ਬੋਲਦੇ ਆ। ਇਹ ਸਰਕਾਰ ਦਾ ਲੋਕਾਂ ਦਾ ਮੂੰਹ ਬੰਦ ਕਰਨ ਦਾ ਇੱਕ ਤਰੀਕਾ ਹੈ। ਉਹਨਾਂ ਦੀ ਹੱਕਾਂ ਦੀ ਲੜਾਈ ਕਿਉਂ ਲੜ ਰਹੇ ਨੇ? ਕਿਉਂ ਮੋਦੀ ਸਾਹਿਬ ਦੇ ਫੇਵਰਟ ਅਦਾਨੀ ਨੂੰ ਜ਼ਮੀਨ ਨਹੀਂ ਦੇ ਰਹੇ? ਤਾਂ ਉਸ ਕਰਕੇ ਇੱਕ ਜਿਹੜਾ ਜਿਸ 'ਚ ਉਹਦਾ ਕੋਈ ਦੂਰ ਦੂਰ ਤੇ ਲੈਣਾ ਦੇਣਾ ਵੀ ਨਹੀਂ ਸੀਗਾ, ਉਸ ਪ੍ਰੋਟੈਸਟ ਦੇ ਨਾਲ ਉਹਨਾਂ ਨੂੰ ਜੋੜ ਕੇ UAPA ਲਾਇਆ ਗਿਆ। UAPA ਲਾ ਕੇ 84 ਸਾਲ ਦੇ ਬਜ਼ੁਰਗ ਨੂੰ ਯਾਪਾ ਲਾਇਆ ਗਿਆ, ਟੈਰਰਿਸਟ ਕਿਹਾ ਗਿਆ, CPI ਮਾਓਇਸਟ ਕਿਹਾ ਗਿਆ। ਇੰਟਰਨੈਸ਼ਨਲ ਕਮਿਊਨਿਟੀ ਤੱਕ ਹਿੱਲ ਗਈ ਕਿ ਦੇਸ਼ 'ਚ ਮਨੁੱਖੀ ਅਧਿਕਾਰਾਂ ਦਾ ਅੰਨੇ ਬੁਰੇ ਤਰੀਕੇ ਨਾਲ ਹਨਨ ਹੋ ਰਿਹਾ। UNO ਤੱਕ ਨੂੰ ਕਹਿਣਾ ਪੈ ਗਿਆ ਵੀ ਬਈ ਤੁਸੀਂ 84 ਸਾਲ ਦੇ ਬਜ਼ੁਰਗ ਤੇ ਯਾਪਾ ਲਾ ਰਹੇ ਹੋ, ਉਹਨੂੰ ਟੈਰਰਿਸਟ ਕਹਿ ਰਹੇ ਹੋ। ਇਹੋ ਜਿਹਾ ਉਹਨੇ ਕੀ ਕਰਤਿਆ? ਉਹ ਤੋਂ ਬਾਅਦ ਜਦੋਂ ਉਹ ਬਾਰ-ਬਾਰ ਜ਼ਮਾਨਤ ਲਈ ਅਰਜੀ ਪਾਉਂਦੇ ਕਿ ਮੈਂ ਬਿਮਾਰ ਹਾਂ, ਮੈਡੀਕਲੀ ਫਿੱਟ ਨਹੀਂ ਹੈ, ਤਾਂ ਉਹ ਸਰਕਾਰ ਆ ਕੇ ਉਹਨਾਂ ਦੇ ਖਿਲਾਫ ਖੜੀ ਹੋ ਜਾਂਦੀ ਹੈ, ਕਹਿੰਦੇ ਨਹੀਂ ਜੀ ਇਹ ਝੂਠ ਬੋਲਦਾ। ਕੱਲ੍ਹ ਉਹਨਾਂ ਦਾ ਰਾਜਨੀਤਿਕ ਕਤਲ ਸਰਕਾਰ ਨੇ ਕਰਤਿਆ। ਸੋ ਇਹ ਬਾਰ-ਬਾਰ ਹੁੰਦਾ ਰਿਹਾ ਹੈ। ਚਾਹੇ UP ਲੈ ਲਓ, CA ਦੇ ਖਿਲਾਫ ਕੋਈ ਬੋਲਦਾ, ਫੈਡੀਸ਼ਨ ਚਾਰਜਿਸ ਲੱਗ ਜਾਂਦੇ ਆ। ਫਾਰਮਰ ਪ੍ਰੋਟੈਸਟ ਕੋਈ ਗੱਲ ਕਰਦਾ ਹੈ, ਉਹ ਤਾਂ ਯਾਪਾ ਲੱਗ ਜਾਂਦਾ, ਖਾਲਿਸਤਾਨੀ ਕਹਿ ਦਿੰਦੇ ਆ, ਜਾਂ ਫੈਡੀਸ਼ਨ ਚਾਰਜਿਸ ਲਾ ਦਿੰਦੇ ਆ। ਫਾਰਮਰ ਜੇ ਕਿਤੇ ਮਾੜਾ ਮੋਟਾ ਪ੍ਰੋਟੈਸਟ ਕਰ ਬਾਹਰ ਇਹ 307 ਦੇ ਮੁਕੱਦਮੇ ਦਰਜ ਕਰ ਦਿੰਦੇ ਆ। ਚੰਡੀਗੜ੍ਹ ਪ੍ਰੋਟੈਸਟ ਹੋਇਆ ਸੀਗਾ, ਦੰਗਿਆਂ ਦੀ ਧਾਰਾਵਾਂ ਲਾਤੀਆਂ, ਰਾਈਟਿੰਗ ਦੀ ਗੱਲ ਕਹਿਤੀ। ਦੱਸੋ ਕਿਹੜੀ ਰਾਈਟਿੰਗ ਹੋਈ ਉਰੇ? ਤੁਸੀਂ ਵੀ ਸਾਰੇ ਪੱਤਰਕਾਰ ਸੀਗੇ। ਕਿਹਨੇ ਡਲਾ ਮਾਰਤਿਆ, ਕਿਹਨੇ ਲਾਠੀ ਚਲਾਤੀ, ਕਿਹਨੇ ਕਿਰਪਾਨ ਚਲਾਤੀ। ਇੱਥੇ ਰਾਈਟਿੰਗ ਦੀ ਧਾਰਾਵਾਂ ਲੱਗ ਗਈਆਂ। ਇਹ
ਹਿਊਮਨ ਰਾਈਟ ਦੀ ਵਾਇਲੇਸ਼ਨ ਹੈ, ਇਹ ਸਭ ਦਾ ਮੂੰਹ ਬੰਦ ਕਰਨ ਦਾ ਤਰੀਕਾ ਹੈ। ਸਰਕਾਰ ਸੋਚਦੀ ਹੈ ਵੀ ਅਸੀਂ ਜੋ ਹੁਣ ਜਮਹੂਰੀਅਤ ਦੀ ਲੜਾਈ ਲੜਨ ਵਾਲੇ ਲੋਕ ਜਾਗ ਉੱਠੇ ਨੇ, ਜਾਗਰੂਕ ਹੋ ਚੁੱਕੇ, ਸਰਕਾਰ ਦੇ ਖਿਲਾਫ ਜਾਗਰੂਕ ਹੋ ਚੁੱਕੇ, ਸਿਸਟਮ ਦੇ ਖਿਲਾਫ ਜਾਗਰੂਕ ਹੋ ਚੁੱਕੇ ਨੇ, ਆਪਣੇ ਮਨੁੱਖੀ ਅਧਿਕਾਰਾਂ ਦੀ, ਦੇਸ਼ ਦੀ ਡੈਮੋਕ੍ਰੇਸੀ ਦੀ ਰੱਖਿਆ ਵਾਸਤੇ ਲੋਕ ਖੜੇ ਹੋ ਚੁੱਕੇ ਨੇ। ਤਾਂ ਹੁਣ ਲੋਕ ਆ ਪਰਚੀਆਂ ਤੇ ਯੂਪੇ ਜਾਂ ਫੈਡੀਸ਼ਨ ਚਾਰਜਾਂ ਤੋਂ ਨਹੀਂ ਡਰਦੇ। ਇਹ ਤਾਂ 751 ਵਾਂਗੂ ਬਣਾਤੇ ਇਹਨਾਂ ਨੇ ਫੈਡੀਸ਼ਨ ਚਾਰਜ ਦੀ ਯੂਪਾ ਜਿਹੜੇ ਨੇ, ਪਰ ਲੋਕ ਹੁਣ ਡਰਦੇ ਨੇ, ਲੋਕ ਯੂਜ਼ ਟੂ ਹੋ ਚੁੱਕੇ ਆ। ਪਹਿਲਾਂ ਕਦੀ ਜਾ ਕੇ ਕਿਸੇ ਇੱਕ ਅੱਧੇ ਦੇ ਜੋ ਐਕਚੁਅਲ 'ਚ ਹੁੰਦਾ ਸੀਗਾ ਟੈਰਰਿਸਟ, ਉਹ ਤਾਂ ਯੂਪਾ ਲੱਗਦਾ ਸੀਗਾ। ਕੋਈ ਐਕਚੁਅਲ 'ਚ ਕੋਈ ਐਸੀ ਐਂਟੀ ਨੈਸ਼ਨਲ ਐਂਟੀ ਇੰਡੀਅਨ ਮੂਵਮੈਂਟ ਚਲਾਉਂਦਾ ਸੀਗਾ, ਉਹ ਤੇ ਫੈਡੀਸ਼ਨ ਚਾਰਜ ਲੱਗਦੇ ਸੀਗੇ। ਹੁਣ ਲੋਕਾਂ ਦਾ ਮੂੰਹ ਬੰਦ ਕਰਨ ਲਈ ਕਹਿੰਦੇ ਹੋ ਕਿ ਤੁਹਾਡਾ ਕਹਿਣਾ ਇਹ ਹੈ ਕਿ ਜਿਹੜੇ ਲੋਕ ਆਵਾਜ਼ ਉਠਾ ਰਹੇ ਨੇ ਸਰਕਾਰ ਦੇ ਸਿਸਟਮ ਦੇ ਖਿਲਾਫ, ਉਹਨਾਂ ਦਾ ਮੂੰਹ ਬੰਦ ਕਰਨਾ ਤਾਂ ਤੁਸੀਂ ਯੂਏਪੀ ਲਾ ਦਿਓ। ਹੋਰ ਕੀ ਹੈ ਇਹ? ਪਰ ਲੋਕ ਹੁਣ ਡਰਦੇ ਨਹੀਂ, ਲੋਕਾਂ ਵਾਸਤੇ ਆਮ ਗੱਲ ਹੋ ਗਈ ਹੈ। ਤੁਸੀਂ ਜੇਲ੍ਹਾਂ ਦੇਖੋ, ਪੋਲੀਟੀਕਲ ਪ੍ਰਿਜ਼ਨਰ ਭਰੇ ਹੋਏ ਜੇਲ੍ਹਾਂ 'ਚ, ਉਹ ਬੈਠੇ ਆ, ਨਹੀਂ ਡਰਦੇ। ਅੱਜ ਫਾਰਮ 307 ਦੇ ਮੁਕੱਦਮੇ ਦਰਜ ਹੋਏ, ਮੁੰਡੇ ਗਏ ਸੀਗੇ, ਉਹਨਾਂ ਦੀ ਕਟਾਈ ਤੱਕ ਵੀ ਥਾਣਿਆਂ 'ਚ ਹੋਈ, ਬਾਹਰ ਆ ਕੇ ਫੇਰ ਪ੍ਰੋਟੈਸਟ 'ਚ ਬੈਠੇ ਆ। ਉਹ ਕਿੱਥੇ ਡਰੇ ਆ? ਉਹ ਲੋਕਾਂ ਦੇ ਮਤਲਬ ਇੱਕ ਸਿੰਪਲ ਜੀ ਥਿਊਰੀ ਹੁੰਦੀ ਹੈ, ਇਹਦਾ ਮਤਲਬ ਲੋਕਾਂ ਤੇ ਜਿਹੜੀ ਮਰਜ਼ੀ ਧਾਰਾ ਲੱਗ ਜੇ, ਜਿਹੜਾ ਮਰਜ਼ੀ ਕੇਸ ਸਰਕਾਰ ਦੇ ਵੱਲੋਂ ਪਾ ਦਿੱਤਾ ਜਾਵੇ, ਜਿਨ੍ਹਾਂ ਨੇ ਸਿਸਟਮ ਦੇ ਖਿਲਾਫ ਬੋਲਣਾ, ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਣਾ, ਉਹ ਹਮੇਸ਼ਾ ਜਿਉਂਦੇ ਰਹਿਣਗੇ ਸਿਸਟਮ ਦੇ ਵਿੱਚ। ਤੇ ਮੈਂ ਤਾਂ ਉਹੀ ਕਹਿ ਰਿਹਾ ਕਿ ਹਿਟਲਰ ਸ਼ਾਹੀ ਸਰਕਾਰ ਜਿਹੜੀ ਚੱਲ ਰਹੀ ਹੈ, ਪਰ ਅੰਤ ਹਿਟਲਰ ਦਾ ਵੀ ਆਇਆ ਸੀਗਾ। ਸੋ ਲੋਕ ਹੁਣ ਡਰਦੇ ਨਹੀਂ, ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਜੇ ਅਸੀਂ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਰਕਾਰ ਸਾਨੂੰ ਡੱਕੇਗੀ। ਲੋਕ ਤਿਆਰ ਨੇ, ਕਹਿੰਦੇ ਜੇ ਤੁਸੀਂ ਕਿਸੇ ਨੂੰ ਹੱਦ ਤੋਂ ਜ਼ਿਆਦਾ ਡਰਾ ਦਿਓ ਨਾ ਤਾਂ ਉਹ ਨੀਡਰ ਹੋ ਜਾਂਦਾ ਹੈ, ਤੇ ਲੋਕ ਹੁਣ ਨੀਡਰ ਹੋਣਾ ਸ਼ੁਰੂ ਹੋ ਚੁੱਕੇ ਨੇ। ਲੋਕ ਹੁਣ ਪਹਿਲਾਂ ਸੋਚਦੇ ਯਾਪਾ ਲੱਗ ਜਾਏਗਾ ਸਾਰੀ ਜ਼ਿੰਦਗੀ ਖਤਮ ਹੋ ਜਾਏਗੀ, ਲੋਕ ਕਹਿੰਦੇ ਕੋਈ ਨਹੀਂ ਯਾਰ ਫਿਰ ਅੱਜ ਨਹੀਂ ਕੱਲ੍ਹ ਤਾਂ ਲੱਗਣਾ ਹੀ ਹੈ, ਅੱਜ ਲੱਗ ਜੇ। ਜਿਵੇਂ ਹੁਣ ਸਰਕਾਰ ਨੇ ਸਸਤਾ ਹਥਿਆਰ ਬਣਾ ਲਿਆ, ਲੋਕ ਵੀ ਹਲਕੇ 'ਚ ਲੈਣ ਲੱਗ ਗਏ ਵੀ ਚਲੋ ਕੋਈ ਵੱਡੀ ਗੱਲ ਨਹੀਂ ਹੈਗੀ, ਲੱਗ ਗਿਆ ਤਾਂ। ਜਿਵੇਂ ਸਰਕਾਰ ਨੇ ਜਿਹੜਾ ਮਿਆਰ ਡੇਗਿਆ ਇੱਕ ਕਾਨੂੰਨ ਦਾ, ਜਿਹੜਾ ਆਤੰਕਵਾਦੀਆਂ ਲਈ ਸੀ, ਜਿਹੜਾ ਗਲਤ ਜਿਹੜਾ ਹਰਕਤਾਂ ਕਰਦੇ ਸੀ, ਜਾਂ ਜਿਹੜੇ ਸਿਸਟਮ ਦੇ ਜਾਂ ਜਿਹੜੇ ਆਮ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਲੋਕ, ਉਹਨਾਂ 'ਤੇ ਲੱਗਣਾ ਚਾਹੀਦਾ ਸੀ, ਉਹ ਹੁਣ ਉਲਟਾ ਜਿਹੜਾ ਲੱਗ ਰਿਹਾ ਉਹ ਵੀ ਲੋਕ ਹੁਣ ਹਲਕੇ 'ਚ ਲੈ ਰਹੇ ਨੇ। ਪਤਾ ਹੀ ਹੈ ਜਿਹੜਾ ਜਿਨ੍ਹਾਂ 'ਤੇ ਲੱਗਣਾ। ਦੇਖੋ ਮੈਂ ਕਹੂੰਗਾ ਜੁਡੀਸ਼ਰੀ ਵੀ ਥੋੜੀ ਲੀਨੈਂਟ ਹੋ ਗਈ ਇਸ 'ਤੇ। ਨਹੀਂ ਪਹਿਲਾਂ ਜਦੋਂ ਯਾਪਾ ਜਾਂ ਫੈਡੀਸ਼ਨ ਚਾਰਜਿਸ ਲੱਗਦੇ ਸੀ, ਉਹਨੂੰ ਸੀਰੀਅਸਲੀ ਦਿੱਤਾ ਜਾਂਦਾ, ਕਿਸੇ 'ਤੇ ਲੱਗਦਾ ਸੀਗਾ, ਕਿਸੇ ਲੱਖਾਂ 'ਤੇ ਇੱਕ 'ਤੇ ਲੱਗ ਗਿਆ ਤਾਂ ਜੁਡੀਸ਼ਰੀ ਵੀ ਕਹਿੰਦੀ ਸੀ ਯਾਰ ਇਹਨੂੰ ਜ਼ਮਾਨਤ ਨਾ ਦਿਓ, ਇਹਨੂੰ ਪਿਆ ਰਹਿਣ ਦਿਓ ਰਹੀ। ਤੇ ਕਈ ਤਾਂ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਹੈ ਉਹਨਾਂ ਨੇ ਸਜ਼ਾਵਾਂ ਖਤਮ ਹੋ ਗਈਆਂ, ਫਿਰ ਵੀ ਅੰਦਰ ਬੈਠੇ ਆ, ਨਹੀਂ ਸਰਕਾਰ ਛੱਡ ਰਹੀ। ਤਾਂ ਹੁਣ ਤਾਂ ਇਹ ਹੋ ਗਿਆ ਜੁਡੀਸ਼ਰੀ ਨੂੰ ਪਤਾ ਲੱਗ ਗਿਆ। ਹੁਣ ਯਾਪਾ 'ਚ ਪੰਜਾਬ 'ਚ ਕਿੰਨੇ ਯਾਪਾ ਲਾਏ ਕਾਂਗਰਸ ਸਰਕਾਰ ਨੇ, ਮੁੰਡੇ ਬੇਲ 'ਤੇ ਬਾਹਰ ਆ ਗਏ। ਕਿਉਂ? ਕਿਉਂਕਿ ਜੁਡੀਸ਼ਰੀ ਨੂੰ ਪਤਾ ਲੱਗ ਗਿਆ ਵੀ ਸਰਕਾਰ ਨੇ ਇੱਕ ਹਥਿਆਰ ਵਾਂਗੂ ਵਰਤਣਾ ਸ਼ੁਰੂ ਕਰਤਾ ਫੈਡੀਸ਼ਨ ਚਾਰਜਿਸ ਤੇ ਯਾਪਾ। ਫੈਡੀਸ਼ਨ ਚਾਰਜਿਸ ਕਿੰਨੇ 7 ਤਾਂ ਪੱਤਰਕਾਰਾਂ 'ਤੇ ਲੱਗੇ ਆ, ਤੁਸੀਂ ਬਚ ਕੇ ਰਹੋ ਭਾਈ। ਫਾਰਮਰ ਪ੍ਰੋਟੈਸਟ ਜਿਹੜੇ ਕਵਰ ਕਰਦੇ ਸੀਗੇ, 7 ਜਣਿਆਂ 'ਤੇ ਫੈਡੀਸ਼ਨ ਚਾਰਜਿਸ ਲੱਗ ਗਏ ਤੇ ਰਿਪੋਰਟਰਾਂ 'ਤੇ। ਉਹ ਲਹਿਰੀ ਗੱਲ ਆ ਕਿ ਕੋਰਟ ਤੋਂ ਜ਼ਮਾਨਤਾਂ ਮਿਲ ਗਿਆ, ਉਹਨਾਂ ਨੇ ਕਹਿ ਤਿਆ 307 ਜੋ ਮੁਕੱਦਮੇ ਉਹ ਵੀ ਦੇਖੋ ਤੁਹਾਡੇ ਸਾਹਮਣੇ। ਉਹ ਤੋਂ ਬਾਅਦ ਦਿਸ਼ਾ ਰਵੀ, ਉਹਨੂੰ ਤਾਂ ਸਾਫ਼ ਹੀ ਕਹਿ ਦਿੱਤਾ ਸੀਗਾ ਇਹੋ ਜਿਹੇ ਦਲੇਰ ਸਾਨੂੰ ਬੰਦੇ ਚਾਹੀਦੇ ਨੇ। ਇਹਨਾਂ ਤੋਂ ਸਾਨੂੰ ਇੰਸਪੀਰੇਸ਼ਨ ਸਾਨੂੰ ਯੂਥ ਨੂੰ ਮਿਲਦਾ, ਜਿਹੜੀ ਕੋਰਟ 'ਚ ਖੜ ਕੇ ਕਹਿੰਦੀ ਹੈ ਵੀ ਜੇ ਫਾਰਮਰ ਪ੍ਰੋਟੈਸਟ ਦੇ ਹੱਕ 'ਚ ਬੋਲਣਾ ਮਤਲਬ ਫੈਡੀਸ਼ਨ ਚਾਰਜਿਸ ਆ ਤਾਂ ਮੈਨੂੰ ਅੰਦਰੇ ਰੱਖੋ। ਇਹੋ ਜਿਹਾ ਯੂਥ ਨਾਲ, ਇਹੋ ਜਿਹੇ ਲੋਕਾਂ ਤੋਂ ਇੰਸਪੀਰੇਸ਼ਨ ਯੂਥ ਨੂੰ ਲੈਣੀ ਚਾਹੀਦੀ ਹੈ। ਤਾਂ ਹੀ ਸਾਡੇ ਦੇਸ਼ 'ਚ ਜਿਹੜੀ ਨਾਮ ਦੀ ਡੈਮੋਕ੍ਰੇਸੀ ਰਹਿ ਗਈ, ਉਹਨੂੰ ਐਕਚੁਅਲ 'ਚ ਡੈਮੋਕ੍ਰੇਸੀ 'ਚ ਕਾਇਮ ਕਰਨ ਵਾਸਤੇ ਸਾਨੂੰ ਇਹੋ ਜਿਹੇ ਯੂਥ ਦੀ ਲੋੜ ਹੈ, ਇਹੋ ਜਿਹੇ ਲੋਕਾਂ ਦੀ ਲੋੜ ਹੈ ਜਿਹੜੇ ਸੁਭਾਅ ਦੇ ਠੰਡੇ ਰਹਿਣ, ਸ਼ਾਂਤ ਰਹਿਣ, ਦਿਮਾਗ ਨਾਲ ਕੰਮ ਲੈਣ, ਪੋਲਿਸੀਜ਼ 'ਤੇ ਗੱਲ ਕਰਨ। ਜਦੋਂ ਵੀ ਤੁਸੀਂ ਸਰਕਾਰ ਨੂੰ ਪੋਲਿਸੀਜ਼ 'ਤੇ ਸਵਾਲ ਪੁੱਛੋਗੇ, ਸਰਕਾਰ ਤੰਗ ਹੋਏਗੀ, ਸਰਕਾਰ ਪਰੇਸ਼ਾਨ ਹੋਏਗੀ, ਕਿਉਂਕਿ ਸਰਕਾਰ ਤੁਹਾਨੂੰ ਰਿਲੀਜੀਅਸ ਮੈਟਰ 'ਤੇ, ਸਰਕਾਰ ਤੁਹਾਨੂੰ ਧਾਰਮਿਕ ਤੇ ਜਾਤ ਪਾਤ ਤੇ ਇਹ ਚੀਜ਼ਾਂ ਨੂੰ ਵੰਡਣਾ ਚਾਹੁੰਦੀ ਹੈ। ਪਰ ਕਿਸਾਨ ਮੂਵਮੈਂਟ ਨੇ ਸਭ ਨੂੰ ਇਕੱਠੇ ਕਰਿਆ, ਪੋਲਿਸੀ ਮੈਟਰ 'ਤੇ ਗੱਲ ਕਰਨਾ ਸਿਖਾਇਆ ਲੋਕਾਂ ਨੂੰ। ਤਾਂ ਪੋਲਿਸੀ ਮੈਟਰ ਜਦ ਵੀ ਗੱਲ ਕਰੋਗੇ, ਅੱਜ 10 ਬੰਦੇ ਕਰਦੇ, ਕੱਲ੍ਹ 100 ਕਰੋਗੇ, ਪਰਸੋਂ 1000 ਕਰੋਗੇ, ਤਾਂ ਸਰਕਾਰ ਨੂੰ ਗੋਡਿਆਂ ਪਰ ਆਉਣਾ ਪਏਗਾ। ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਤਾਂ ਜਿਹੜੀਆਂ ਕਿਸਾਨੀ ਸੰਘਰਸ਼ ਦੀਆਂ ਪ੍ਰਾਪਤੀਆਂ ਨੇ ਉਸ ਦੀ ਵੀ ਗੱਲ ਲਗਾਤਾਰ ਹੁੰਦੀ ਰਹੇਗੀ। ਤਾਂ ਐਡਵੋਕੇਟ ਵਾਲੀਆ ਜਿਹੜੇ ਤੁਹਾਡੇ ਨਾਲ ਰੂਬਰੂ ਕੀਤੇ ਅਸੀਂ ਅੱਜ ਇਸ ਮੁਲਾਕਾਤ ਦੇ ਵਿੱਚ, ਫਾਦਰ ਸਟੇਨ ਸਵਾਮੀ ਦੀ ਮੌਤ ਨੂੰ ਲੈ ਕੇ ਆ ਜਿਹੜਾ ਇੱਕ ਜਿਹੜੇ ਸੂਝਵਾਨ ਲੋਕ ਨੇ ਚੰਡੀਗੜ੍ਹ ਮੋਹਾਲੀ ਦੇ, ਉਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀ, ਤਾਂ ਇਹ ਵੀ ਉੱਥੇ ਪਹੁੰਚੇ ਹੋਏ ਸੀ। ਤਾਂ ਲਗਾਤਾਰ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਅਸੀਂ ਲਗਾਤਾਰ ਕਰਵਾਉਂਦੇ ਰਹਾਂਗੇ, ਜਿਹੜੇ ਕਾਨੂੰਨ ਜਾਂ ਕਾਨੂੰਨੀ ਨੁਕਤਿਆਂ ਦੇ ਬਾਰੇ ਤੁਹਾਡੇ ਤੱਕ ਗੱਲਬਾਤ ਰੱਖਣਗੇ। ਧੰਨਵਾਦ ਜੀ।
ਬਹੁਤ ਸਾਰੇ ਲੋਕ ਕਹਿੰਦੇ